ਹੈਲੋ ਸਟੂਡੈਂਟਸ, ਅੱਜ ਆਪਾਂ ਦੁਬਾਰਾ ਕਰਾਂਗੇ ਹੁਣ ਐਡਫਿਕ ਫੈਕਟਰਸ। ਐਡਫਿਕ ਫੈਕਟਰਸ ਦੇ ਵਿੱਚ ਆਪਾਂ ਉਹ ਫੈਕਟਰਸ ਦੀ ਗੱਲ ਕਰਾਂਗੇ ਜਿਹੜੇ ਸੋਇਲ ਦੇ ਨਾਲ ਜੁੜੇ ਹੁੰਦੇ ਨੇ। ਠੀਕ ਹੈ, ਆਪਾਂ ਸੋਇਲ ਨੂੰ ਆਪਾਂ ਕੀ ਕਹਿੰਦੇ ਹਾਂ? ਸੋਇਲ ਇਜ਼ ਅੱਪਰ, ਜਿਹੜੀ ਅਰਥ ਦੇ ਕਰਸਟ ਦੀ ਜਿਹੜੀ ਅੱਪਰ ਲੇਅਰ ਹੈ ਜਾਂ ਬ੍ਰੋਕਨ ਪਾਰਟੀਕਲਸ ਨੇ, ਦੈਟ ਇਜ਼ ਸੋਇਲਸ। ਓਕੇ, ਪੈਰੈਂਟਲ ਮਟੀਰੀਅਲ ਮੀਨਸ ਪੈਰੈਂਟਲ ਮਟੀਰੀਅਲ ਆਪਾਂ ਕਹਾਂਗੇ ਕਿ ਜਿਹੜਾ ਸੋਇਲ ਹੈ ਉਹ ਬਣਦੀ ਕਿੱਥੋਂ ਹੈ? ਇਗਨੀਅਸ ਰੌਕਸ ਤੋਂ ਬਣਦੀ ਹੈ, ਮੈਟਾਮੋਰਫਿਕ ਰੌਕਸ ਤੋਂ ਬਣਦੀ ਹੈ। ਓਕੇ, ਸੈਡੀਮੈਂਟਰੀ ਰੌਕਸ ਤੋਂ ਬਣਦੀ ਹੈ। ਫਾਰਮੇਸ਼ਨ ਹੁੰਦੀ ਕਿਵੇਂ ਹੈ? ਵੈਦਰਿੰਗ ਹੁੰਦੀ ਹੈ। ਵੈਦਰਿੰਗ ਮਤਲਬ ਵੀ ਉਹਨਾਂ ਦਾ ਬ੍ਰੇਕਡਾਊਨ ਹੋ ਜਾਂਦਾ ਸੋਲਿਡ ਰੌਕਸ ਦਾ ਸਮੋਲ ਪੀਸਿਸ ਦੇ ਵਿੱਚ, ਦੈਟ ਇਜ਼ ਕਾਲਡ ਵੈਦਰਿੰਗ ਆਫ ਰੌਕਸ। ਠੀਕ ਹੈ, ਵੈਦਰਿੰਗ ਫਿਜ਼ੀਕਲ ਵੈਦਰਿੰਗ ਵੀ ਹੋ ਸਕਦੀ ਹੈ, ਕੈਮੀਕਲ ਵੈਦਰਿੰਗ ਵੀ ਹੋ ਸਕਦੀ ਹੈ। ਫਿਜ਼ੀਕਲ ਵੈਦਰਿੰਗ ਦੇ ਵਿੱਚ ਆਪਾਂ ਕੀ ਕਹਾਂਗੇ ਵੀ ਹੀਟ ਦੇ ਨਾਲ ਜਾਂ ਕੂਲਿੰਗ ਦੇ ਨਾਲ ਫਲਕਚੁਏਸ਼ਨਸ ਜਦੋਂ ਟੈਂਪਰੇਚਰ ਦੇ ਵਿੱਚ ਆ ਜਾਂਦੀਆਂ ਨੇ ਤਾਂ ਕਰੈਕਸ ਪੈ ਜਾਂਦੇ ਨੇ। ਠੀਕ ਹੈ, ਜਦੋਂ ਕਰੈਕਸ ਪੈ ਜਾਂਦੇ ਨੇ ਤਾਂ ਉਹ ਕਰੈਕਸ ਜਿਹੜੇ ਕੀ ਹੁੰਦੇ ਨੇ ਜਾਂ ਡੀਪ ਜਿਹੜੇ ਸਰਵਿਸਿਸ ਕੀ ਹੁੰਦੇ ਨੇ, ਉਹਦੇ ਨਾਲ ਕੀ ਹੋ ਜਾਂਦਾ ਹੈ, ਜਿਹੜਾ ਰੌਕ ਹੈ ਉਹ ਛੋਟੇ ਪੀਸਿਸ ਦੇ ਵਿੱਚ ਜਿਹੜਾ ਕੀ ਹੈ ਟੁੱਟ ਜਾਂਦਾ ਹੈ। ਜਾਂ ਫਿਰ ਫਰੀਜ਼ਿੰਗ ਅਤੇ ਥੋਇੰਗ ਦਾ ਮਤਲਬ ਵੀ ਇਹੀ ਹੈ ਵੀ ਜਦੋਂ ਟੈਂਪਰੇਚਰ ਬਿਲੋ ਫਰੀਜ਼ਿੰਗ ਪੁਆਇੰਟ ਚੱਲ ਜਾਂਦਾ ਤਾਂ ਕਰੈਕਸ ਪੈਣੇ ਸ਼ੁਰੂ ਹੋ ਜਾਂਦੇ ਨੇ। ਕਰੈਕਸ ਦੇ ਨਾਲ ਜਦੋਂ ਉਹ ਟੁੱਟਣਾ ਸ਼ੁਰੂ ਹੋ ਜਾਂਦਾ, ਫਰਦਰ ਬ੍ਰੋਕਨ ਡਾਊਨ ਹੋ ਜਾਂਦਾ ਅੱਗੇ ਸਮੋਲ ਫਰੈਗਮੈਂਟਸ ਦੇ ਵਿੱਚ, ਤਾਂ ਸੋਇਲ ਬਣਦੀ ਹੈ। ਠੀਕ ਹੈ, ਜਾਂ ਫਿਰ ਰੇਨ ਦੇ ਨਾਲ ਵੀ ਬਣ ਜਾਂਦੇ ਨੇ, ਰੇਨ ਦੇ ਨਾਲ ਵੀ ਹੋ ਜਾਂਦਾ, ਟੁੱਟ ਜਾਂਦੇ ਨੇ ਰੇਨ ਦੇ ਨਾਲ, ਜਾਂ ਤੂਫਾਨ ਆਉਂਦੇ ਨੇ ਜਾਂ ਉਹਦੇ ਨਾਲ। ਠੀਕ ਹੈ, ਗਰਾਈਂਡਿੰਗ ਦੇ ਨਾਲ, ਜੇ ਰੱਬ ਕਰਦੇ ਆ ਉਹਦੇ ਨਾਲ। ਇਹ ਕੀ ਹੈ? ਫਿਜ਼ੀਕਲ ਮੀਨਸ ਜਿਹੜੇ ਫਿਜ਼ੀਕਲ ਵੈਦਰਿੰਗ। ਕੈਮੀਕਲ ਵੈਦਰਿੰਗ ਕੀ ਹੁੰਦੀ ਹੈ? ਕੈਮੀਕਲ ਵੈਦਰਿੰਗ ਦੇ ਵਿੱਚ ਸਭ ਤੋਂ ਪਹਿਲਾਂ ਹਾਈਡਰੇਸ਼ਨ। ਜਦੋਂ ਵਾਟਰ ਦੇ ਨਾਲ ਕੀ ਕਰਦਾ ਕੋਈ ਜਿਵੇਂ ਵਾਟਰ ਦੇ ਨਾਲ ਕੀ ਹੈ, ਜਿਹੜੇ ਵਾਟਰ ਦੇ ਨਾਲ ਐਸੋਸੀਏਟਡ ਮਿਨਰਲਸ ਹੁੰਦੇ ਨੇ ਉਹ ਸੋਫਟ ਹੋ ਜਾਂਦੇ ਨੇ, ਸਵੈਲਿੰਗ ਹੋ ਜਾਂਦੀ ਹੈ, ਤਾਂ ਉਹਦੇ ਨਾਲ ਕੀ ਹੋ ਜਾਂਦਾ ਹੈਗਾ? ਹਾਈਡਰੇਸ਼ਨ ਹੁੰਦੀ ਹੈ। ਹਾਈਡਰੋਲਾਈਸਿਸ ਹੁੰਦੀ ਹੈ। ਹਾਈਡਰੋਲਾਈਸਿਸ ਦੇ ਪ੍ਰੈਜ਼ੈਂਸ, ਵਾਟਰ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਕੁਛ ਮਿਨਰਲਸ ਨੇ ਸਪਲਿਟ ਹੋ ਜਾਂਦੇ ਨੇ, ਹਾਈਡਰੋਕਸਾਈਡ ਬਣ ਜਾਂਦੇ ਨੇ। ਠੀਕ ਹੈ, ਫਿਰ ਉਹ ਸੋਲੂਬਲ ਹੁੰਦੇ ਨੇ ਵਾਟਰ। ਆਕਸੀਡੇਸ਼ਨ ਅਤੇ ਰਿਡਕਸ਼ਨ ਰਿਐਕਸ਼ਨ ਦੇ ਨਾਲ, ਸੇਮ ਹੀ ਕਾਰਬੋਨੇਸ਼ਨ ਦੇ ਨਾਲ। ਠੀਕ ਹੈ, ਤਾਂ ਇਹ ਬਾਇਓਲੋਜੀਕਲ ਵੈਦਰਿੰਗ ਵੀ ਹੁੰਦੀ ਹੈ। ਬਾਇਓਲੋਜੀਕਲ ਵੈਦਰਿੰਗ ਦੇ ਨਾਲ ਵੀ ਕੁਛ ਵੈਜੀਟੇਸ਼ਨ ਨੇ, ਕੁਛ ਐਨੀਮਲਸ ਨੇ ਜਾਂ ਹਿਊਮਨ ਐਕਟੀਵਿਟੀਜ਼ ਨੇ ਜਿਹੜੀਆਂ ਉਹ ਕੀ ਕਰਦੀਆਂ ਨੇ? ਰੌਕਸ ਵੈਦਰਿੰਗ ਕਰਦੀਆਂ ਨੇ, ਦੈਟ ਇਜ਼ ਕਾਲਡ ਬਾਇਓਲੋਜੀਕਲ ਵੈਦਰਿੰਗ। ਠੀਕ ਹੈ, ਨੈਕਸਟ ਇਜ਼ ਸੋਇਲ ਪ੍ਰੋਫਾਈਲ, ਸੋਇਲ ਹੋਰੀਜ਼ਨ। ਸੋਇਲ ਪ੍ਰੋਫਾਈਲ ਦੇ ਵਿੱਚ ਆਪਾਂ ਕੁਛ ਹੋਰੀਜ਼ੋਨਸ ਦੇਖਾਂ, ਜਿਵੇਂ ਰੀਜਨਸ ਕਿਹੜੇ ਨੇ, ਜਿਵੇਂ ਡਿਸਕ੍ਰਿਪਸ਼ਨ ਦਿੱਤੀ ਹੋਈ ਆਪਾਂ ਨੂੰ ਸੋਇਲ ਹੋਰੀਜ਼ੋਨਸ ਦੀ। ਓ ਰੀਜਨ ਹੁੰਦਾ, ਏ ਰੀਜਨ ਹੁੰਦਾ, ਠੀਕ ਹੈ, ਬੀ ਰੀਜਨ ਹੁੰਦਾ। ਓ ਰੀਜਨ ਉਹ ਵਾਲਾ ਹੁੰਦਾ ਵੀ ਔਰਗੈਨਿਕ ਅੱਪਰ ਹੋਰੀਜ਼ਨ ਹੁੰਦਾ, ਮੋਸਟ ਅੱਪਰ ਹੋਰੀਜ਼ਨ ਹੁੰਦਾ ਸੋਇਲ ਪ੍ਰੋਫਾਈਲ ਦਾ। ਓਕੇ, ਤਾਂ ਇਹਦੇ ਵਿੱਚ ਕੀ ਹੁੰਦਾ? ਮੋਸਟਲੀ ਡੈਡ ਜਾਂ ਲਿਵਿੰਗ ਔਰਗੈਨਿਕ ਮੈਟਰ ਵਗੈਰਾ ਮਿਲਦੇ ਨੇ। ਠੀਕ ਹੈ, O1 ਹੋਰੀਜ਼ਨ ਜਾਂ O2 ਹੋਰੀਜ਼ਨ ਕਿਹੜਾ ਹੁੰਦਾ ਹੈ? O1 ਤਾਂ ਬਿਲਕੁਲ ਅੱਪਰ ਮੋਸਟ ਹੋਊਗਾ, O2 ਕੋਈ ਹੋਊਗਾ ਉਹਦੇ ਬਿਲੋ ਸੈਕਿੰਡ ਲੇਅਰ ਹੋਏਗੀ। ਠੀਕ ਹੈ, O1 ਹੋਰੀਜ਼ਨ ਨੂੰ ਲਿਟਰ ਲੇਅਰ ਵੀ ਕਹਿੰਦੇ ਨੇ। ਠੀਕ ਹੈ, ਕਿਉਂਕਿ ਇਹਦੇ ਵਿੱਚ ਆਲਮੋਸਟ ਡੀਕੰਪੋਜ਼ਡ ਔਰਗੈਨਿਕ ਡੈਬਰਿਸ ਮਿਲਦਾ ਹੈ ਆਪਾਂ ਨੂੰ। O2 ਦੇ ਵਿੱਚ ਕਹਿੰਦੇ ਇਹ ਰੀਜਨ ਦੇ ਵਿੱਚ ਡੀਕੰਪੋਜੀਸ਼ਨ ਔਰਗੈਨਿਕ ਮੈਟਰਸ ਦੀ ਸਟਾਰਟ ਹੁੰਦੀ ਹੈ। ਓਕੇ, ਨੈਕਸਟ ਇਜ਼ ਏ ਹੋਰੀਜ਼ਨ ਆ ਗਿਆ। ਏ ਹੋਰੀਜ਼ਨ ਦੇ ਵਿੱਚ ਵੀ ਔਰਗੈਨਿਕ ਮੈਟਰ ਆਪਾਂ ਨੂੰ ਮਿਲਦਾ, ਕੁਛ ਮਾਈਕਰੋਬੀਅਲ ਐਕਟੀਵਿਟੀਜ਼ ਵਗੈਰਾ ਮਿਲਦੀਆਂ ਨੇ ਇੱਥੇ। A1 ਹੋਰੀਜ਼ਨ ਹੁੰਦਾ, A2 ਹੋਰੀਜ਼ਨ ਹੁੰਦਾ। A1 ਜਿਹੜਾ ਉਹਦੇ ਬਿਲਕੁਲ ਨੀਚੇ ਹੁੰਦਾ ਅਤੇ ਜਿਹੜਾ A1 ਹੈ ਉਹ ਜਿਹੜਾ A2 ਹੈ ਉਹ A1 ਦੇ ਨੀਚੇ ਹੁੰਦਾ। ਠੀਕ ਹੈ, ਇਹਦੇ ਵਿੱਚ ਇਹ ਰੀਜ਼ਨ ਡਾਰਕ ਕਲਰ ਹੁੰਦਾ ਕਿਉਂਕਿ ਇਹਦੇ ਵਿੱਚ ਔਰਗੈਨਿਕ ਮੈਟਰ ਜਿਹੜਾ ਉਹ ਇਨਔਰਗੈਨਿਕ ਸਬਸਟਾਂਸਿਸ ਦੇ ਨਾਲ ਮਿਕਸ ਹੋਇਆ ਹੁੰਦਾ। A2 ਰੀਜਨ ਹੈ ਜਿਹੜਾ ਉਹ ਲਾਈਟ ਕਲਰਡ ਮਟੀਰੀਅਲ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਲਿਟਲ ਅਮਾਊਂਟ ਆਫ ਔਰਗੈਨਿਕ ਮੈਟਰ ਹੁੰਦਾ ਹੈ। ਨੈਕਸਟ ਇਜ਼ ਬੀ ਹੋਰੀਜ਼ਨ। ਬੀ ਹੋਰੀਜ਼ਨ ਨੂੰ ਕੀ ਕਹਿੰਦੇ ਨੇ? ਇਹਦੇ ਵਿੱਚ ਮੋਸਟਲੀ ਕੀ ਹੁੰਦਾ? ਮਿਨਰਲਸ, ਜਿਹਦੇ ਵਿੱਚ ਕਲੇ ਮਟੀਰੀਅਲ ਮਿਨਰਲਸ ਹੁੰਦੇ ਨੇ, ਸਿਲੀਕੇਟਸ ਹੁੰਦੇ ਨੇ, ਐਲੂਮੀਨੀਅਮ ਵਗੈਰਾ ਮਿਲਦਾ ਹੈਗਾ। ਠੀਕ ਹੈ, ਨੈਕਸਟ ਇਜ਼ ਸੀ ਹੋਰੀਜ਼ਨ। ਸੀ ਹੋਰੀਜ਼ਨ ਬੀ ਹੋਰੀਜ਼ਨ ਦੇ ਨੀਚੇ ਹੈ। ਠੀਕ ਹੈ, ਇਹ ਇਨਕੰਪਲੀਟਲੀ ਵੈਦਰਡ ਹੈ ਕਿ ਇਹਨੂੰ ਆਪਾਂ ਇਹਦੇ ਵਿੱਚ ਲਾਰਜ ਮਾਸਿਸ ਆਫ ਰੌਕਸ ਵਗੈਰਾ ਮਿਲਣਗੇ ਆਪਾਂ। ਠੀਕ ਹੈ, ਇੱਦਾਂ ਦਾ। ਆਰ ਹੋਰੀਜ਼ਨ ਹੈ ਜਿਹੜਾ ਉਹ ਸੀ ਦੇ ਵੀ ਨੀਚੇ ਹੈ, ਦੈਟ ਇਜ਼ ਡੀ ਹੋਰੀਜ਼ਨ ਜਾਂ ਆਰ ਹੋਰੀਜ਼ਨ ਵੀ ਕਹਿੰਦੇ ਨੇ। ਇਹ ਬੈਡ ਆਪਾਂ ਕਹਿ ਸਕਦੇ ਹਾਂਗੇ ਕਿ ਪੇਰੈਂਟ ਅਨਵੈਦਰਡ ਬੈਡ ਰੌਕ ਹੈ ਕਿ ਇਹਦੇ ਵਿੱਚ ਇਹ ਰੌਕਸ ਹੀ ਨੇ ਨੀਚੇ। ਠੀਕ ਹੈ,
ਨੈਕਸਟ ਇਜ਼ ਸੋਇਲ ਸਟਰਕਚਰ ਐਂਡ ਜੇ ਸੋਇਲ ਸਟਰਕਚਰਸ ਦੀ ਗੱਲ ਕਰੀਏ ਜਾਂ ਵੀ ਉਹਦੇ ਵਿੱਚ ਕਿਹੜੀਆਂ ਪ੍ਰੋਪਰਟੀਜ਼ ਨੇ, ਸਭ ਤੋਂ ਪਹਿਲਾਂ ਕੰਪੋਜੀਸ਼ਨ ਸੋਇਲ ਦੀ ਜਾਂ ਮਿਨਰਲਸ ਦੇਖੀਏ ਉਹਦੇ ਵਿੱਚ ਕਿਹੜੇ ਨੇ, ਹੈ ਨਾ। ਤਾਂ ਉਹਦੇ ਵਿੱਚ ਕੁਝ ਇਨਆਰਗੈਨਿਕ ਵੀ ਮਿਨਰਲਸ ਵੀ ਹੁੰਦੇ ਨੇ, ਜਿਵੇਂ ਕੈਲਸ਼ੀਅਮ ਵੀ ਹੁੰਦਾ ਹੈ। ਇਨਆਰਗੈਨਿਕ ਫਰੈਕਸ਼ਨਸ ਵਿੱਚ ਕੈਲਸ਼ੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਮੈਗਨੀਸ਼ੀਅਮ ਹੋ ਗਿਆ, ਬੋਰੋਨ ਹੋ ਗਿਆ, ਠੀਕ ਹੈ। ਇਹ ਇਹਦੇ ਵਿੱਚ ਆਪਾਂ ਨੂੰ ਦੱਸਿਆ ਹੋਇਆ ਵੀ ਇਹ ਕਿਹੜੀ ਕਿਹੜੀ ਚੀਜ਼ ਤੋਂ ਬਣਦੇ ਨੇ, ਠੀਕ ਹੈ, ਕਿਹੜੀ ਕਿਹੜੀ ਚੀਜ਼ ਤੋਂ ਆਪਾਂ ਨੂੰ ਮਿਲਦੇ ਨੇ। ਜਿਵੇਂ ਆਇਰਨ ਹੈ, ਆਪਾਂ ਨੂੰ ਆਕਸਾਈਡ ਦੀ ਫਾਰਮ ਦੇ ਵਿੱਚ ਮਿਲਦਾ। ਮੈਗਨੀਸ਼ੀਅਮ ਹੈ ਜਿਹੜਾ, ਠੀਕ ਹੈ, ਇਹ ਐਕਸਚੇਂਜੇਬਲ ਕਟਾਇਨ ਹੁੰਦਾ ਵੀ, ਐਕਸਚੇਂਜੇਬਲ ਫਾਰਮ ਦੇ ਵਿੱਚ ਮਿਲਦਾ ਆਪਾਂ ਨੂੰ, ਠੀਕ ਹੈ। ਨੈਕਸਟ ਇਜ਼ ਸੋਇਲ ਟੈਕਸਚਰ। ਜੇ ਆਪਾਂ ਸੋਇਲ ਟੈਕਸਚਰ ਦੀ ਗੱਲ ਕਰੀਏ ਤਾਂ 4 ਟਾਈਪ ਦੀਆਂ ਸੋਇਲ ਪੜ੍ਹਦੇ ਹਾਂ ਆਪਾਂ। ਗਲੇਵਲੀ ਸੋਇਲ, ਸੈਂਡੀ ਸੋਇਲ, ਸਿਲਟ ਸੋਇਲ, ਕਲੇ ਸੋਇਲ। ਵੈਸੇ ਲੂਮ ਸੋਇਲ ਵੀ ਹੁੰਦੀ ਹੈ, ਠੀਕ ਹੈ। ਤਾਂ ਇਹ ਮਤਲਬ ਟੈਕਸਚਰ ਦੇ ਹਿਸਾਬ ਨਾਲ ਇਹਨਾਂ ਨੂੰ ਕੀਤਾ ਹੋਇਆ ਵੀ ਕਿਸੇ ਡਾਇਆਮੀਟਰ ਹੁੰਦਾ ਜਿਹੜਾ ਇਹਨਾਂ ਦੇ ਪਾਰਟੀਕਲਸ ਦਾ। ਕੋਰਸ ਸੋਇਲਸ ਦਾ ਜ਼ਿਆਦਾ ਹੁੰਦਾ ਹੈ, ਸੈਂਡ ਸੋਇਲ ਦਾ ਉਸ ਤੋਂ ਘੱਟ ਹੁੰਦਾ ਹੈ, ਸਿਲਟ ਸੋਇਲ ਦਾ ਉਸ ਤੋਂ ਵੀ ਘੱਟ ਹੁੰਦਾ ਹੈ, ਕਲੇ ਦਾ ਉਸ ਤੋਂ ਵੀ ਘੱਟ ਹੁੰਦਾ ਹੈ, ਠੀਕ ਹੈ। ਡਾਇਆਮੀਟਰ ਜਿਹੜੇ ਉਹਨਾਂ ਦੇ ਪਾਰਟੀਕਲਸ ਦਾ ਡਾਇਆਮੀਟਰ ਹੁੰਦਾ ਹੈ, ਓਕੇ। ਜਿਹੜੀ ਆਪਾਂ ਨੂੰ ਪਤਾ ਹੈ ਜਿਹੜੀ ਗਲੇਵਲੀ ਸੋਇਲ ਹੈ ਜਾਂ ਕੋਰਸ ਸੋਇਲ ਹੈ, ਠੀਕ ਹੈ, ਇਹ ਲਾਰਜ ਸਾਈਜ਼ਡ ਮਿਨਰਲਸ ਹੁੰਦੇ ਨੇ ਅਤੇ ਸਮੋਲ ਅਮਾਊਂਟ ਆਫ ਸੈਂਡ ਦੇ ਨਾਲ ਮਿਕਸਡ ਹੁੰਦੀ ਹੈ ਇਹ ਸੱਚ ਸੋਇਲ। ਇਹ ਮੋਸਟਲੀ ਆਪਾਂ ਨੂੰ ਫੁੱਟ ਹਿਲਸ ਦੇ ਵਿੱਚ ਮਿਲਦੀ ਹੈ, ਠੀਕ ਹੈ। ਸੈਂਡੀ ਸੋਇਲ ਹੋ ਗਈ 85% ਇਹਦੇ ਵਿੱਚ ਮੋਰ ਔਰ ਸੈਂਡ ਪਾਰਟੀਕਲਸ ਹੁੰਦੇ ਨੇ। 50% ਸਿਲਟ ਹੁੰਦੀ ਹੈ, ਕਲੇ ਹੁੰਦੀ ਹੈ, ਤਾਂ ਕਰਕੇ ਇਹਨੂੰ ਸੈਂਡੀ ਸੋਇਲ ਕਹਿੰਦੇ ਨੇ। ਫਰਟੀਲਿਟੀ ਡਿਪੈਂਡ ਕਰਦੀ ਹੈ ਵੀ ਇਹਦੇ ਵਿੱਚ ਔਰਗੈਨਿਕ ਮੈਟਰ ਕਿੰਨਾ ਆ। ਸਿਲਟ ਸੋਇਲ ਜਿਹੜੀ ਹੁੰਦੀ ਹੈ ਇਹਦੇ ਵਿੱਚ ਮੇਜਰ ਪੋਰਸ਼ਨ ਜਿਹੜਾ ਹੁੰਦਾ ਉਹ ਸਿਲਟ ਦਾ ਹੁੰਦਾ, ਇਸ ਕਰਕੇ ਇਹਨੂੰ ਸਿਲਟ ਸੋਇਲ ਕਹਿੰਦੇ ਨੇ। ਸਾਈਜ਼ ਇਹਨਾਂ ਦੇ ਇੰਟਰਮੀਡੀਏਟ ਹੁੰਦਾ, ਸੈਂਡ ਅਤੇ ਕਲੇ ਦੇ ਵਿਚਲਾ ਇੰਟਰਮੀਡੀਏਟ ਹੁੰਦਾ ਸਾਈਜ਼ ਇਹਨਾਂ ਦੇ ਪਾਰਟੀਕਲਸ ਦਾ। ਕਲੇ ਸੋਇਲ ਦੇ ਵਿੱਚ 50% ਕਲੇ ਹੁੰਦੀ ਹੈ, ਇਸ ਕਰਕੇ ਇਹਨੂੰ ਕਲੇ ਸੋਇਲ ਕਹਿੰਦੇ ਨੇ। ਪ੍ਰਪੋਰਸ਼ਨ ਜਿਹੜਾ ਸਿਲਟ ਦਾ ਇਹਦੇ ਵਿੱਚ ਸੈਂਡ ਤੋਂ ਮਤਲਬ ਜ਼ਿਆਦਾ ਹੁੰਦਾ ਸੈਂਡ ਤੋਂ। ਸੋਇਲ ਜਿਹੜੀ ਹੈ ਉਹ ਲੈਸ ਫਾਈਨ ਪੋਰਸ ਹੁੰਦੀ ਹੈ, ਹੈਵਿੰਗ ਲੈਸ ਪੋਰਸ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਲੋ ਏਰੀਏਸ਼ਨ ਹੁੰਦੀ ਹੈ, ਇਹਦੇ ਵਿੱਚ ਲੈਸ ਟੈਂਪਰੇਚਰ ਫਲਕਚੁਏਸ਼ਨਸ ਵਗੈਰਾ ਹੁੰਦੀਆਂ ਨੇ, ਠੀਕ ਹੈ। ਉਹ ਫੈਕਟਰਸ ਆਪਾਂ ਨੂੰ ਸਾਰੇ ਹੀ ਦਿੱਤੇ ਹੋਏ ਨੇ। ਲੈਸ ਪੈਨੀਟ੍ਰੇਸ਼ਨ ਹੁੰਦੀ ਹੈ ਰੂਟਸ ਦੀ ਇਹ ਸੋਇਲ ਦੇ ਵਿੱਚ, ਠੀਕ ਹੈ। ਜੇ ਲੂਮ ਸੋਇਲ ਦੀ ਗੱਲ ਕਰੀਏ ਤਾਂ ਇਹ ਸੁਟੇਬਲ ਹੁੰਦੀ ਹੈ ਪਲਾਂਟ ਗਰੋਥ ਵਾਸਤੇ, ਠੀਕ ਹੈ। ਬੋਥ ਕਲੇ ਅਤੇ ਸੈਂਡੀ ਸੋਇਲਸ ਐਪਰੋਪ੍ਰੀਏਟ ਅਮਾਊਂਟ ਦੇ ਵਿੱਚ ਹੁੰਦੇ ਨੇ। ਇਹ ਗੁੱਡ ਏਰੀਏਸ਼ਨ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਪੋਰ ਸਪੇਸ ਅੱਛੀ ਹੁੰਦੀ ਹੈ। ਮਿਨਰਲਸ ਦੇ ਵਿੱਚ ਰਿਚ ਹੁੰਦੀ ਹੈ ਇਹ, ਠੀਕ ਹੈ। ਇਹ ਫ੍ਰੀ ਪਾਸੇਜ ਰੂਟਸ ਨੂੰ ਪ੍ਰੋਵਾਈਡ ਕਰਦੀ ਆ, ਠੀਕ ਆ। ਸੋਇਲਸ ਫਰਦਰ ਡਿਵਾਈਡਡ ਇਨਟੂ ਮਤਲਬ ਇਹਦੇ ਵਿੱਚ ਸੈਂਡ ਲੂਮ ਵੀ ਹੁੰਦਾ ਹੈ, ਉਸ ਤੋਂ ਬਾਅਦ ਸਿਲਟਸ ਲੂਮ ਵੀ ਹੁੰਦਾ ਹੈ, ਸੈਂਡੀ ਕਲੇ ਲੂਮ ਵੀ ਹੁੰਦਾ ਹੈ। ਉਹ ਦਿੱਤਾ ਹੈ ਵੀ ਇਹਦੇ ਵਿੱਚ ਕਿੰਨੇ ਪਰਸੈਂਟ ਕਲੇ, ਕਿੰਨੇ ਪਰਸੈਂਟ ਸਿਲਟ, ਉਹਦੇ ਹਿਸਾਬ ਨਾਲ ਇਹਦੀਆਂ ਅੱਗੇ ਫਰਦਰ ਕੈਟਾਗਰੀਜ਼ ਨੇ। ਨੈਕਸਟ ਇਜ਼ ਸੋਇਲ ਸਟਰਕਚਰ। ਜੇ ਸੋਇਲ ਸਟਰਕਚਰ ਦੀ ਗੱਲ ਕਰਦੇ ਹਾਂ ਤਾਂ ਸੋਇਲ ਸਟਰਕਚਰ ਦੇ ਵਿੱਚ ਆਪਾਂ ਦੇਖਾਂਗੇ ਵੀ ਸ਼ੇਪ, ਸਾਈਜ਼, ਗ੍ਰੇਡਸ ਜਿਹੜੇ ਸੋਇਲ ਪਾਰਟੀਕਲਸ ਦੇ ਕਿੱਦਾਂ ਦੇ ਨੇ। ਹੁਣ ਜਿਹੜੇ ਸੋਇਲ ਪਾਰਟੀਕਲਸ ਦੇ ਸ਼ੇਪਸ ਆ ਉਹ ਡਿਫਰੈਂਟ ਹੋ ਸਕਦੇ ਨੇ। ਡਿਫਰੈਂਟ ਕਾਈਂਡਸ ਆਫ ਸ਼ੇਪਸ ਹੁੰਦੀਆਂ ਨੇ, ਕ੍ਰੰਪਸ ਹੁੰਦੀਆਂ ਨੇ, ਠੀਕ ਹੈ। ਫਿਜ਼ੀਕਲ ਪ੍ਰੋਪਰਟੀਜ਼ ਸੋਇਲ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਵੀ ਡਿਫਰੈਂਟ ਹੋ ਸਕਦੀਆਂ ਨੇ, ਜਿਵੇਂ ਏਰੀਏਸ਼ਨਸ ਡਿਫਰੈਂਟ, ਪਰਕੂਲੇਸ਼ਨਸ, ਵਾਟਰ ਹੋਲਡਿੰਗ ਕੈਪੈਸਿਟੀ, ਠੀਕ ਹੈ, ਨਿਊਟਰੀਐਂਟਸ, ਸਵੈਲਿੰਗ, ਸ਼ਰਿੰਕਿੰਗ ਵਗੈਰਾ, ਠੀਕ ਹੈ। ਉਸ ਤੋਂ ਬਾਅਦ ਔਰਗੈਨਿਕ ਮੈਟਰ ਦੀ ਗੱਲ ਕਰੀਏ ਸੋਇਲ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੈ ਜਿਵੇਂ ਬਹੁਤ ਸਾਰੇ ਫੋਲਨ ਲੀਵਸ ਵੀ ਹੁੰਦੇ ਨੇ ਜਾਂ ਫਲਾਵਰਸ, ਫਰੂਟਸ ਜਿਹੜੇ ਡੈਡ ਪਲਾਂਟਸ, ਐਨੀਮਲਸ ਜਿਹੜੇ ਦਬ ਜਾਂਦੇ ਨੇ, ਐਕਸਕ੍ਰੀਟਰੀ ਪ੍ਰੋਡਕਟਸ ਲਿਵਿੰਗ ਥਿੰਗਸ ਦੇ, ਮਾਈਕਰੋ ਆਰਗੈਨਿਜ਼ਮਸ ਬਹੁਤ ਪ੍ਰੈਜੈਂਟ ਹੁੰਦੇ ਨੇ। ਇਹ ਸਾਰਾ ਉਸ ਤੋਂ ਬਾਅਦ ਇਹ ਸਾਰਾ ਕੀ ਹੈ ਸੋਇਲ ਦੀ ਪ੍ਰੋਡਕਟਿਵਿਟੀ ਨੂੰ ਇੰਪਰੂਵ ਕਰ ਦਿੰਦੇ ਨੇ ਜਾਂ ਫਿਰ ਆਪਾਂ ਵੀ ਅਲੱਗ ਤੋਂ ਐਡ ਕਰਦੇ ਹਾਂ, ਠੀਕ ਹੈ। ਇੱਦਾਂ ਦਾ ਇਹ ਸਾਰਾ ਕੁਛ ਆਪਾਂ ਨੂੰ ਜਿਵੇਂ ਸੈਲੂਲੋਜ਼ ਵਗੈਰਾ ਮਿਲਦਾ, ਬਹੁਤ ਸਾਰੇ ਮਾਈਕਰੋਬਲ ਡੀਕੰਪੋਜੀਸ਼ਨ ਦੀਆਂ ਬਹੁਤ ਸਾਰੇ ਮਾਈਕਰੋ ਆਰਗੈਨਿਜ਼ਮਸ ਮਿਲਦੇ ਨੇ ਜਿਹੜੇ ਸੋਇਲ ਨੂੰ ਡੀਕੰਪੋਜ਼ ਕਰਦੇ ਨੇ, ਉਹਦੀ ਫਰਟੀਲਿਟੀ ਨੂੰ ਵਧਾਉਂਦੇ ਨੇ। ਤਾਂ ਇਹ ਔਰਗੈਨਿਕ ਮੈਟਰ ਹੈ ਜਿਹੜਾ ਆਪਾਂ ਨੂੰ ਸੋਇਲ ਦੇ ਵਿੱਚ ਮਿਲਦਾ ਆ। ਸੋਇਲ ਔਰਗੈਨਿਜ਼ਮਸ ਵੀ ਬਹੁਤ ਸਾਰੇ ਹੁੰਦੇ ਨੇ, ਜਿਵੇਂ ਫੰਜਾਈ, ਐਲਗਾ ਆਪਾਂ ਨੂੰ ਕਈ ਵਾਰੀ ਔਰਗੈਨਿਜ਼ਮਸ ਜਿਹੜੇ ਮਿਲਣਗੇ ਲਿਵਿੰਗ ਸਿਸਟਮ ਦੇ ਵਿੱਚ, ਠੀਕ ਹੈ। ਇਹਨੂੰ ਕੁਛ ਬੈਕਟੀਰੀਆ ਵਗੈਰਾ ਵੀ ਮਿਲਦੇ ਨੇ, ਠੀਕ ਹੈ, ਜਿਹੜੇ ਕਿ ਯੂਜ਼ਫੁਲ ਹੁੰਦੇ ਨੇ ਫਰਟੀਲਿਟੀ ਵਾਸਤੇ, ਜਿਵੇਂ ਅਰਥਵਰਮਸ ਵਗੈਰਾ, ਮਾਈਟਸ ਵਗੈਰਾ, ਬਗਸ ਵਗੈਰਾ, ਠੀਕ ਹੈ। ਇਹ ਯੂਜ਼ਫੁਲ ਨੇ, ਬਲੂ ਗ੍ਰੀਨ ਐਲਗੀ ਵਗੈਰਾ, ਠੀਕ ਹੈ। ਇਹ ਆਪਾਂ ਨੂੰ ਯੂਜ਼ਫੁਲ ਹੁੰਦੇ ਨੇ ਪਲਾਂਟ ਗਰੋਥ ਵਾਸਤੇ, ਸੋਇਲ ਦੀ ਫਰਟੀਲਿਟੀ ਵਾਸਤੇ, ਮਿਨਰਲਸ ਵਗੈਰਾ ਵਧੀਆ ਪ੍ਰੋਵਾਈਡ ਕਰਕੇ ਰੱਖਦੇ ਆ, ਠੀਕ ਹੈ। ਨੈਕਸਟ ਇਜ਼ ਸੋਇਲ ਵਾਟਰ। ਸੋਇਲ ਵਾਟਰ ਦਾ ਮਤਲਬ ਵੀ ਲੈਂਡ ਵਾਟਰ ਹੈ। ਜਿਹੜੇ ਹੁਣ ਲੈਂਡ ਪਲਾਂਟਸ ਨੇ ਜਿਹੜੇ ਉਹ ਪਾਣੀ ਅਬਜ਼ੋਰਬ ਕਰਦੇ ਨੇ ਧਰਤੀ ਦੇ ਵਿੱਚੋਂ ਰੂਟ ਦੇ ਥਰੂ, ਠੀਕ ਹੈ। ਉਹ ਸੋਇਲ ਵਾਟਰ ਹੀ ਅਬਜ਼ੋਰਬ ਕਰਦੇ ਨੇ ਵੀ ਜਿਹੜਾ ਜਿਵੇਂ ਚੀਫ ਸੋਰਸ ਹੈ ਜਿਹੜਾ ਵਾਟਰ ਦਾ ਉਹ ਕੀ ਹੋ ਸਕਦਾ, ਰੇਨ। ਉਹ ਰੇਨ ਕੀ ਹੈ ਉਹਨੂੰ
ਜਿਹੜੀ ਰੇਨ ਹੈ ਉਹ ਰੇਨ ਵਾਟਰ ਹੁੰਦਾ ਉਹ ਧਰਤੀ ਦੇ ਅੰਦਰ ਸਮਾ ਜਾਂਦਾ ਅਤੇ ਉਹੀ ਜਿਹੜੇ ਪਲਾਂਟਸ ਨੇ ਉਸ ਚੀਜ਼ ਨੂੰ ਯੂਜ਼ ਕਰਦੇ ਨੇ। ਰਨਵੇ ਵਾਟਰ ਵੀ ਹੋ ਸਕਦਾ ਹੈ ਕਿ ਜਿਹੜਾ ਫਲੋ ਕਰਦਾ ਹੁੰਦਾ ਹੈਗਾ ਹੈ ਨਾ ਸਰਫੇਸ ਦੇ ਉੱਤੇ, ਸੋਇਲ ਦੇ ਉੱਤੇ, ਉਸ ਚੀਜ਼ ਉਹ ਸੋਇਲ ਦੇ ਅੰਦਰ ਤਾਂ ਐਂਟਰ ਕਰਦਾ ਨਹੀਂ ਉਹ ਰਨਵੇ ਵਾਟਰ। ਕਈ ਵਾਰੀ ਪਲਾਂਟਸ ਨੂੰ ਇਹ ਅਵੇਲੇਬਲ ਵੀ ਨਹੀਂ ਹੁੰਦਾ, ਠੀਕ ਹੈ, ਮਿਲਦਾ ਨਹੀਂ ਹੈਗਾ, ਇਹ ਸਾਈਡ ਤੋਂ ਲੰਘ ਜਾਂਦਾ। ਗ੍ਰੈਵੀਟੇਸ਼ਨਲ ਵਾਟਰ ਹੈ ਨਾ, ਜਿਵੇਂ ਪੰਪਸ ਵਗੈਰਾ ਦੇ ਰਾਹੀਂ ਪਲਾਂਟਸ ਅਬਜ਼ੋਰਬ ਓਨਲੀ ਜੇ ਮਤਲਬ ਉੱਪਰੋਂ ਰੇਨ ਕਰ ਰਹੇ ਨੇ ਸਿਰਫ ਉਹੀ ਪਾਣੀ ਅਬਜ਼ੋਰਬ ਕਰ ਲੈਂਦੇ ਨੇ। ਗ੍ਰੈਵੀਟੇਸ਼ਨਲ ਵਾਟਰ ਡਾਇਰੈਕਟਲੀ ਇਹ ਨਹੀਂ ਲੈ ਸਕਦੇ ਹੁੰਦੇ, ਠੀਕ ਹੈ। ਕੁਛ ਕੰਬਾਈਨਡ ਵਾਟਰ ਹੁੰਦਾ ਵੀ ਜਿਹਦੇ ਵਿੱਚ ਕੁਛ ਮੋਲੀਕਿਊਲਸ ਵਗੈਰਾ ਜਾਂ ਸੋਇਲ ਮਿਨਰਲਸ ਵਗੈਰਾ ਮਿਲਦੇ ਹੁੰਦੇ ਨੇ, ਠੀਕ ਹੈ। ਨੈਕਸਟ ਇਜ਼ ਸੋਇਲ ਏਅਰ ਦੀ ਗੱਲ ਕਰ ਸਕਦੇ ਹਾਂ ਆਪਾਂ ਕਿ ਆਪਾਂ ਨੂੰ ਪਤਾ ਵੀ ਸੋਇਲ ਦੇ ਵਿੱਚ ਕਹਿੰਦੇ ਪੋਰਸ ਹੁੰਦੇ ਨੇ ਛੋਟੇ ਛੋਟੇ, ਹੈ ਨਾ, ਸੋਇਲ ਪਾਰਟੀਕਲ, ਤਾਂ ਉਹਦੇ ਵਿੱਚ ਕਹਿੰਦੇ ਏਅਰ ਹੈ ਜਿਹੜੀ ਉਹ ਇੱਧਰੋਂ ਉੱਧਰੋਂ ਪਾਸ ਕਰ ਸਕਦੀ ਹੈ, ਠੀਕ ਹੈ। ਕੁਛ ਮਾਈਕਰੋਪੋਰਸ ਵੀ ਹੁੰਦੇ ਨੇ, ਮੈਕਰੋਪੋਰਸ ਵੀ ਹੁੰਦੇ ਨੇ। ਮੈਕਰੋਪੋਰਸ ਮਤਲਬ ਜਿਨ੍ਹਾਂ ਦਾ ਡਾਇਮੀਟਰ ਜ਼ਿਆਦਾ ਹੁੰਦਾ ਹੈ, ਮਾਈਕਰੋਪੋਰਸ ਜਿਨ੍ਹਾਂ ਦਾ ਡਾਇਮੀਟਰ ਘੱਟ ਹੁੰਦਾ ਹੈ, ਠੀਕ ਹੈ। ਜਿਹੜੇ ਮੈਕਰੋਪੋਰਸ ਨੇ ਉਹਨਾਂ ਦੇ ਵਿੱਚ ਏਅਰ ਫਿਲਡ ਹੁੰਦੀ ਹੈ, ਉਹ ਏਅਰ ਨੂੰ ਜਿਹੜੇ ਪਲਾਂਟਸ ਨੇ ਉਹ ਯੂਜ਼ ਕਰ ਲੈਂਦੇ ਨੇ, ਠੀਕ ਹੈ। ਨੈਕਸਟ ਇਜ਼ ਸੋਇਲ ਪੋਰੋਸਿਟੀ। ਸੋਇਲ ਪੋਰੋਸਿਟੀ ਆਪਾਂ ਨੂੰ ਪਤਾ ਵੀ ਸਪੇਸ, ਸੋਇਲ ਪਾਰਟੀਕਲਸ ਦੇ ਵਿਚਾਲੇ ਜਿਹੜੀ ਸਪੇਸ ਹੁੰਦੀ ਹੈ ਦੈਟ ਇਜ਼ ਕਾਲਡ ਸੋਇਲ ਪੋਰੋਸਿਟੀ, ਠੀਕ ਹੈ। ਸੋਇਲ ਦੇ ਵਿੱਚ ਪੋਰਸ ਹੁੰਦੀਆਂ ਨੇ, ਉਹਨੂੰ ਪੋਰਸ ਸੋਇਲ ਕਹਿੰਦੇ ਨੇ। ਮੈਕਰੋਪੋਰਸ ਵੀ ਹੋ ਸਕਦੀਆਂ ਨੇ, ਮਾਈਕਰੋਪੋਰਸ ਵੀ ਹੋ ਸਕਦੀਆਂ ਨੇ। ਜਿਹੜੀਆਂ ਛੋਟੀਆਂ ਪੋਰਸ ਹੋਣਗੀਆਂ ਮਾਈਕਰੋਪੋਰਸ, ਜਿਹੜੀਆਂ ਵੱਡੀਆਂ ਹੋਣਗੀਆਂ ਮੈਕਰੋਪੋਰਸ, ਓਕੇ। ਸੋਇਲ ਪਰਮੀਏਬਿਲਿਟੀ, ਸੋ ਮਤਲਬ ਸੋਇਲ ਦੇ ਵਿੱਚ ਦੀ ਫਰੀ ਮੂਵਮੈਂਟ ਹੋ ਰਹੀ ਹੈ ਵਾਟਰ ਦੀ, ਏਅਰ ਦੀ, ਉਹ ਜਿਹੜੀ ਵਿਚਾਲੇ ਸੋਇਲਸ ਦੇ ਪਾਰਟੀਕਲਸ ਦੇ ਸਪੇਸ ਹੁੰਦੀ ਹੈ ਉਹਦੇ ਥਰੂ ਹੁੰਦੀ ਹੈ, ਠੀਕ ਹੈ। ਦੈਟ ਇਜ਼ ਕਾਲਡ ਸੋਇਲ ਪਰਮੀਏਬਿਲਿਟੀ, ਕਿ ਸੋਇਲ ਜਿਹੜੀ ਹੈ ਅਲਾਓ ਕਰ ਰਹੀ ਹੈ ਏਅਰ ਅਤੇ ਵਾਟਰ ਨੂੰ ਕਿ ਉਹਦੇ ਵਿੱਚ ਦੀ ਫਰੀ ਮੂਵਮੈਂਟ ਹੋਵੇ। ਸੋਇਲ ਡੈਂਸਿਟੀ ਮਤਲਬ ਆਪਾਂ ਸੋਇਲ ਡੈਂਸਿਟੀ ਦੇਖਾਂਗੇ, ਡੈਂਸਿਟੀਜ਼ ਸੋਇਲ ਪਾਰਟੀਕਲਸ ਦੀ। ਆਪਾਂ ਉਹਦੇ ਵਿੱਚ ਕੋਈ ਪੋਰ ਸਪੇਸ ਨਹੀਂ ਇਨਕਲੂਡ ਕਰਾਂਗੇ, ਤਾਂ ਸਿਰਫ ਸੋਇਲਸ ਦੀ ਡੈਂਸਿਟੀ, ਸੋਇਲ ਪਾਰਟੀਕਲਸ ਦੀ ਡੈਂਸਿਟੀ ਦੇਖਾਂਗੇ, ਦੈਟ ਇਜ਼ ਕਾਲਡ ਸੋਇਲ ਡੈਂਸਿਟੀ। ਸੋਇਲ ਰਿਐਕਸ਼ਨ, ਹੁਣ ਆਪਾਂ ਨੂੰ ਪਤਾ ਬਹੁਤ ਸਾਰੇ ਇਨਆਰਗੈਨਿਕ ਸਾਲਟਸ ਵਗੈਰਾ, ਆਇਨਸ ਵਗੈਰਾ ਜਿਹੜੇ ਨੇ ਉਹ ਸੋਇਲ ਦੇ ਵਿੱਚ ਪ੍ਰੈਜੈਂਟ ਹੁੰਦੇ ਨੇ। ਬਹੁਤ ਸਾਰੀਆਂ ਰਿਐਕਸ਼ਨਸ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਪੀਐਚ ਸੋਲਿਊਸ਼ਨਸ ਜਾਂ ਜਿਵੇਂ ਪੀਐਚ ਸੋਇਲ ਸੋਲਿਊਸ਼ਨ ਦੇ ਨੂੰ ਇਫੈਕਟ ਕਰਦੀਆਂ ਨੇ, ਤਾਂ ਇਹ ਸਾਰਾ ਕੁਛ ਵੀ ਸੋਇਲ ਰਿਐਕਸ਼ਨਸ ਦੇ ਅੰਦਰ ਆ ਜਾਂਦਾ। ਸੋਇਲ ਕੋਲਾਇਡਸ ਆ ਜਾਂਦੇ ਨੇ, ਇਹਦੇ ਵਿੱਚ 2 ਟਾਈਪਸ ਕੋਲਾਇਡਸ ਹੁੰਦੇ ਨੇ, ਮਿਨਰਲਸ ਵਾਲੇ ਕੋਲਾਇਡਸ ਜਾਂ ਔਰਗੈਨਿਕ ਕੋਲਾਇਡਸ ਜਿਵੇਂ ਹਿਊਮਸ ਵਗੈਰਾ, ਠੀਕ ਹੈ। ਇਹ ਚੀਜ਼ ਹੈ। ਦੀਜ਼ ਆਰ ਜਿਹੜੇ ਆਪਾਂ ਹੁਣ ਇਹ ਸਾਰੇ ਕਰੇ ਨੇ ਦੈਟ ਆਰ ਐਡਿਫਿਕ ਫੈਕਟਰਸ।